DRG Kids। ਕਹਾਣੀ ਚੁੜੇਲ ਬਹੂ। ਬਿਲਾਸਪੁਰ ਨਾਮ ਦੇ ਪਿੰਡ ਵਿੱਚ ਸੁਸ਼ੀਲਾ ਨਾਂ ਦੀ ਇੱਕ ਵਿਧਵਾ ਔਰਤ ਰਹਿੰਦੀ ਸੀ। ਉਹਦੇ ਨਮਨ ਤੇ ਅਮਨ ਨਾਂ ਦੇ ਦੋ ਪੁੱਤਰ ਸੀ। ਨਮਨ ਤੇ ਅਮਨ ਦੇ ਵਿਆਹ ਹੋ ਚੁੱਕੇ ਸਨ ਤੇ ਸੁਸ਼ੀਲਾ ਦੇ ਦਿਨ ਆਰਾਮ ਨਾਲ ਬੀਤਦੇ ਪਏ ਸੀ। ਉਹਦੀ ਵੱਡੀ ਨੂੰਹ ਆਸ਼ਾ ਬਹੁਤ ਹੀ ਪੜ੍ਹੀ ਲਿਖੀ ਤੇ ਅਮੀਰ ਖਾਨਦਾਨ ਤੋਂ ਸੀ। ਇਸ ਲਈ ਉਹ ਘਰ ਦੇ ਕੰਮਕਾਜ ਕਰਨ ਦੇ ਵਿੱਚ ਜ਼ਿਆਦਾ ਦਿਲਚਸਪੀ ਨਹੀਂ ਲੈਂਦੀ ਸੀ ਤੇ ਉਹ ਹਮੇਸ਼ਾ ਛੋਟੀ ਬਹੂ ਸੀਮਾ ਨੂੰ ਹੀ ਕੰਮਕਾਜ ਦੇ ਲਈ ਕਹਿੰਦੀ ਸੀ। ਸੁਣ ਸੀਮਾ, ਮੇਰੇ ਸਿਰ ਵਿੱਚ ਬੜੀ ਜ਼ੋਰਾਂ ਦੀ ਪੀੜ ਹੁੰਦੀ ਪਈ ਹੈ, ਜ਼ਰਾ ਇੱਕ ਕੱਪ ਚਾਹ ਤੇ ਬਣਾ ਦੇ। ਦੀਦੀ, ਪਹਿਲੇ ਮੈਂ ਮਾਂ ਜੀ ਨੂੰ ਖਾਣਾ ਦੇ ਦਿਆਂ, ਫਿਰ ਉਸ ਤੋਂ ਬਾਅਦ ਤੁਹਾਡੇ ਲਈ ਚਾਹ ਬਣਾ ਦਿਆਂਗੀ। ਜੇ ਉਸ ਬੁੜੀ ਨੂੰ ਥੋੜਾ ਲੇਟ ਖਾਣਾ ਮਿਲੇਗਾ ਤਾਂ ਉਹ ਮਰ ਨਹੀਂ ਜਾਏਗੀ। ਜਾ, ਉਹਦੇ ਖਾਣੇ ਦੀ ਚਿੰਤਾ ਛੱਡ ਤੇ ਪਹਿਲਾਂ ਮੇਰੇ ਲਈ ਚਾਹ ਬਣਾ ਕੇ ਲਿਆ। ਠੀਕ ਹੈ ਦੀਦੀ। ਵੱਡੀ ਨੂੰ ਆਸ਼ਾ ਦੀ ਇਹ ਗੱਲ ਸੁਸ਼ੀਲਾ ਵੀ ਸੁਣ ਲੈਂਦੀ ਹੈ ਤੇ ਉਹਨੂੰ ਬੜਾ ਦੁੱਖ ਹੁੰਦਾ ਹੈ। ਵੱਡੀ ਨੂੰ ਤੇ ਕਿਸੇ ਕੰਮ ਦੀ ਨਹੀਂ ਹੈ, ਹਮੇਸ਼ਾ ਹੁਕਮ ਚਲਾਉਂਦੀ ਰਹਿੰਦੀ ਹੈ। ਪਰ ਛੋਟੀ ਨੂੰਹ ਦੀ ਜਿੰਨੀ ਵੀ ਤਾਰੀਫ ਕਰਾਂ ਉਹ ਘੱਟ ਹੈ। ਮੇਰਾ ਬੁਢਾਪਾ ਤਾਂ ਛੋਟੀ ਨੂੰਹ ਦੇ ਸਹਾਰੇ ਕੱਟੇਗਾ। ਸੁਸ਼ੀਲਾ ਇਹ ਗੱਲ ਕਹਿ ਹੀ ਰਹੀ ਹੁੰਦੀ ਹੈ ਕਿ ਉਦੋਂ ਹੀ ਉੱਥੇ ਉਹਦਾ ਵੱਡਾ ਮੁੰਡਾ ਨਮਨ ਆ ਜਾਂਦਾ ਹੈ। ਅਰੇ ਬੇਬੇ, ਇੱਥੇ ਇਕੱਲੇ ਬਹਿ ਕੇ ਬੁੜਬੁੜ ਕੀ ਕਰੀ ਜਾਂਦੀ ਹੈ? ਇੱਕ ਗੱਲ ਦੱਸ, ਤੂੰ ਵੋਟੀ ਨੂੰ ਸਮਝਾ ਨਹੀਂ ਸਕਦਾ? ਘਰ ਦੇ ਸਾਰੇ ਕੰਮ ਤੇ ਛੋਟੀ ਨੂੰ ਕਰਦੀ ਹੈ, ਉਹ ਤੇ ਬਸ ਬੈਠੀ ਹੁਕਮ ਚਲਾਉਂਦੀ ਹੈ। ਓ ਮਾਂ, ਆਸ਼ਾ ਵੱਡੇ ਘਰ ਦੀ ਕੁੜੀ ਹੈ, ਉਹਨੂੰ ਹੁਕਮ ਚਲਾਉਣ ਦੀ ਆਦਤ ਪਈ ਹੋਈ ਹੈ। ਹੁਣ ਭਲਾ ਇਹਦੇ ਵਿੱਚ ਮੈਂ ਕੀ ਕਰ ਸਕਦਾ? ਠੀਕ ਹੈ ਪੁੱਤਰ, ਮੈਂ ਸਮਝਾਂਗੀ ਕਿ ਮੇਰੀ ਇੱਕ ਹੀ ਨੂੰਹ ਹੈ ਤੇ ਉਹ ਹੈ ਸੀਮਾ। ਮੇਰੀ ਇੰਨੀ ਸੇਵਾ ਕਰਦੀ ਹੈ ਵਿਚਾਰੀ। ਸੁਸ਼ੀਲਾ ਦਾ ਛੋਟਾ ਪੁੱਤਰ ਅਮਨ ਵੀ ਆਪਣੀ ਪਤਨੀ ਸੀਮਾ ਦੀ ਤਰ੍ਹਾਂ ਹੀ ਸਿੱਧਾ ਸਾਦਾ ਤੇ ਦਿਆਲੂ ਸੀ। ਉਹ ਵੀ ਆਪਣੀ ਮਾਂ ਦੀ ਹਰ ਗੱਲ ਮੰਨਦਾ ਸੀ ਤੇ ਹਮੇਸ਼ਾ ਉਸ ਦੀ ਸੇਵਾ ਤੇ ਦੇਖਭਾਲ ਦੇ ਲਈ ਹਮੇਸ਼ਾ ਤਿਆਰ ਰਹਿੰਦਾ ਸੀ। ਉਹ ਸੀਮਾ ਨੂੰ ਵੀ ਹਮੇਸ਼ਾ ਇਹੀ ਗੱਲ ਸਮਝਾਉਂਦਾ ਸੀ। ਵੇਖ ਸੀਮਾ, ਮਾਂ ਦੀ ਸੇਵਾ ਤੇ ਖਾਤਰਦਾਰੀ ਵਿੱਚ ਕੋਈ ਵੀ ਕਮੀ ਨਹੀਂ ਆਣੀ ਚਾਹੀਦੀ। ਮੇਰੇ ਲਈ ਮਾਂ ਨਾਲੋਂ ਵੱਧ ਕੇ ਕੁਝ ਵੀ ਨਹੀਂ ਹੈ। ਮੈਂ ਤੇ ਦਿਨ ਰਾਤ ਉਹਨਾਂ ਦੀ ਸੇਵਾ ਹੀ ਕਰਦੀ ਆਂ ਜੀ। ਦੀਦੀ ਵੀ ਤੇ ਇਸ ਘਰ ਦੀ ਨੂੰਹ ਹੈ, ਪਰ ਉਹਨੂੰ ਨਾ ਤੇ ਇਸ ਘਰ ਦੀ ਫਿਕਰ ਹੈ ਤੇ ਨਾ ਹੀ ਮਾਂ ਜੀ ਦੀ। ਉਹਦੀ ਗੱਲ ਛੱਡ ਤੂੰ ਸੀਮਾ, ਉਹਨੇ ਜੋ ਵੀ ਕਰਨਾ ਹੈ ਉਹ ਕਰੇ। ਇਸ ਤਰ੍ਹਾਂ ਦਿਨ ਬੀਤਦੇ ਜਾਂਦੇ ਨੇ। ਇੱਕ ਦਿਨ ਸੀਮਾ ਘਰ ਵਿੱਚ ਇਕੱਲੀ ਹੁੰਦੀ ਹੈ। ਉਹ ਸ਼ੀਸ਼ੇ ਦੇ ਸਾਹਮਣੇ ਖੜੀ ਹੋ ਜਾਂਦੀ ਹੈ। ਉਹਦੇ ਵਿੱਚ ਆਪਣੇ ਆਪ ਨੂੰ ਵੇਖਦੀ ਰਹਿੰਦੀ ਹੈ ਕਿ ਉਦੋਂ ਹੀ ਅਮਨ ਉੱਥੇ ਆ ਜਾਂਦਾ ਹੈ ਤੇ ਕਹਿੰਦਾ ਹੈ, ਸੀਮਾ, ਕੀ ਤੂੰ ਚੁੜੈਲ ਹੈ? ਨਾ ਜੀ, ਇਹ ਕੀ ਕਹਿੰਦੇ ਪਏ ਹੋ? ਮੈਂ ਕਿਹੜੇ ਪਾਸੋਂ ਚੁੜੇਲ ਨਜ਼ਰ ਆਉਂਦੀ ਆ ਜੀ ਤੁਹਾਨੂੰ? ਚੁੱਪ ਕਰ, ਚੁੜੈਲ ਕਿਸੇ ਥਾਂ ਦੀ। ਮੈਂ ਸ਼ੀਸ਼ੇ ਵਿੱਚ ਵੇਖ ਲਿਆ ਸੀ ਕਿ ਤੂੰ ਚੁੜੈਲ ਹੈ। ਹੁਣ ਬਹਾਨੇ ਬਣਾਉਣ ਤੇ ਝੂਠ ਬੋਲਣ ਨਾਲ ਕੁਝ ਵੀ ਨਹੀਂ ਹੋਣ ਵਾਲਾ। ਅਮਨ ਦੇ ਇਹ ਕਹਿਣ ਤੋਂ ਬਾਅਦ ਸੀਮਾ ਰੋਣ ਲੱਗਦੀ ਹੈ ਤੇ ਉਹਨੂੰ ਸੱਚ ਕਹਿਣ ਦੇ ਲਈ ਮਜਬੂਰ ਹੋ ਜਾਂਦੀ ਹੈ। ਹਾਂ, ਮੈਂ ਸੱਚਮੁੱਚ ਇੱਕ ਚੁੜੇਲ ਹਾਂ ਜੀ, ਪਰ ਮੈਂ ਇੱਕ ਸ਼ਰੀਫ ਚੁੜੇਲ ਹਾਂ ਤੇ ਤੁਹਾਡੀ ਪਤਨੀ ਆ। ਮੈਂ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦੀ ਤੇ ਇਸੇ ਲਈ ਤੈਨੂੰ ਆਪਣੇ ਘਰ ਵਿੱਚ ਰੱਖ ਲਵਾਂ, ਇਹੀ ਕਹਿਣਾ ਚਾਹੁੰਦੀ ਹੈ ਨਾ? ਪਰ ਏਦਾਂ ਨਹੀਂ ਹੋਣਾ। ਚੱਲ ਨਿਕਲ ਜਾ ਮੇਰੇ ਘਰ ਤੋਂ। ਮੇਰੇ ਉੱਤੇ ਤਰਸ ਖਾਓ ਜੀ, ਮੈਂ ਤੁਹਾਡੇ ਬਿਨਾਂ ਨਹੀਂ ਰਹਿ ਸਕਦੀ। ਇਹ ਕਹਿ ਕੇ ਸੀਮਾ ਫੁੱਟ-ਫੁੱਟ ਕੇ ਰੋਣ ਲੱਗਦੀ ਹੈ ਤੇ ਮੈਨੂੰ ਘਰੋਂ ਬਾਹਰ ਨਾ ਕੱਢੋ ਜੀ। ਮੈਨੂੰ ਆਪਣੇ ਘਰ ਦੀ ਨੌਕਰਾਨੀ ਬਣਾ ਕੇ ਰੱਖ ਲਵੋ। ਮੈਨੂੰ ਆਪਣੀ ਮਾਂ ਦੀ ਸੇਵਾ ਕਰਨ ਦੇ ਲਈ ਘਰ ਵਿੱਚ ਰਹਿਣ ਦੀ ਇਜਾਜ਼ਤ ਦੇ ਦਿਓ। ਜਦੋਂ ਸੀਮਾ ਇਸ ਤਰ੍ਹਾਂ ਰੋਣ ਤੋਂ ਗੜਗੜਾਉਣ ਲੱਗਦੀ ਹੈ ਤਾਂ ਅਮਨ ਦਾ ਦਿਲ ਪਿਘਲ ਜਾਂਦਾ ਹੈ ਤੇ ਉਹ ਸੋਚਣ ਲੱਗਦਾ ਹੈ ਕਿ ਹੇ, ਕੀ ਹੋਇਆ ਹੈ? ਵਿਚਾਰੀ ਚੁੜੈਲ ਹੈ ਤਾਂ ਆਖਿਰ ਹੈ ਤਾਂ ਮੇਰੀ ਪਤਨੀ ਹੀ। ਨਾਲੇ ਇੱਕ ਪਤਨੀ ਭਲਾ ਆਪਣੇ ਪਤੀ ਦਾ ਕੀ ਨੁਕਸਾਨ ਕਰ ਸਕਦੀ ਹੈ? ਉੱਪਰੋਂ ਕਿੰਨੀ ਨੇਕ ਦਿਲ ਵੀ ਹੈ, ਦਿਨ ਰਾਤ ਮੇਰੀ ਮਾਂ ਦੀ ਸੇਵਾ ਵੀ ਕਰਦੀ ਹੈ। ਬਸ ਇਹ ਗੱਲ ਸੁਣ ਕੇ ਅਮਨ ਦਾ ਮਨ ਬਦਲ ਜਾਂਦਾ ਹੈ ਔਰ ਉਹ ਇਸ ਗੱਲ ਨੂੰ ਉੱਥੇ ਹੀ ਦਬਾ ਲੈਂਦਾ ਹੈ। ਠੀਕ ਹੈ, ਹੁਣ ਰੋਣਾ ਧੋਣਾ ਬੰਦ ਕਰ। ਮੈਂ ਤੈਨੂੰ ਘਰ ਵਿੱਚ ਰੱਖ ਲੈਣਾ ਤਾਂ ਤੇਰੀ ਅਸਲੀਅਤ ਵੀ ਕਿਸੇ ਨੂੰ ਵੀ ਨਹੀਂ ਦੱਸਾਂਗਾ। ਪਰ ਕੀ ਜੀ? ਪਰ ਤੂੰ ਕਦੀ ਵੀ ਮੇਰੇ ਨੇੜੇ ਨਹੀਂ ਆਣਾ ਵੇ, ਤਾਂ ਨਾ ਹੀ ਕਦੀ ਮੇਰੇ ਨਾਲ ਕਿੱਥੇ ਜਾਵੇਂਗੀ। ਠੀਕ ਹੈ ਜੀ, ਜਿਸ ਤਰ੍ਹਾਂ ਤੁਹਾਡੀ ਮਰਜ਼ੀ। ਸੀਮਾ ਅਮਨ ਦੀਆਂ ਸਾਰੀ ਸ਼ਰਤਾਂ ਮੰਨ ਲੈਂਦੀ ਹੈ
ਤੇ ਫਿਰ ਕਦੀ ਵੀ ਉਹ ਉਹਦੇ ਨੇੜੇ ਨਹੀਂ ਜਾਂਦੀ। ਉਹ ਦਿਨ ਰਾਤ ਸੁਸ਼ੀਲਾ ਦੇ ਹੀ ਇਰਦ ਗਿਰਦ ਚੱਕਰ ਕੱਢਦੀ ਰਹਿੰਦੀ ਹੈ। ਉਹ ਸੁਸ਼ੀਲਾ ਦੀ ਪੂਰੇ ਮਨ ਦੇ ਨਾਲ ਸੇਵਾ ਕਰਦੀ ਹੈ ਤੇ ਇਸ ਲਈ ਸੁਸ਼ੀਲਾ ਹਮੇਸ਼ਾ ਸੀਮਾ ਧੀਏ, ਮੈਂ ਨਾ ਆਪਣੇ ਪਿਛਲੇ ਜਨਮ ਵਿੱਚ ਜ਼ਰੂਰ ਚੰਗੇ ਕਰਮ ਕੀਤੇ ਹੋਣਗੇ, ਜਿਹੜਾ ਤੇਰੇ ਵਰਗੀ ਨੇਕ ਨੂੰ ਮਿਲੀ ਹੈ। ਰੱਬ ਤੈਨੂੰ ਸਦਾ ਸੁਹਾਗਣ ਰੱਖੇ। ਸਦਾ ਸੁਹਾਗਣ ਦਾ ਆਸ਼ੀਰਵਾਦ ਮਿਲਣ ਤੋਂ ਬਾਅਦ ਸੀਮਾ ਦੀਆਂ ਅੱਖਾਂ ਭਰ ਆਉਂਦੀਆਂ ਹਨ ਤੇ ਉਹ ਮਨ ਹੀ ਮਨ ਸੋਚਦੀ ਹੈ, ਮਾਂ ਜੀ, ਇਸ ਦੁਨੀਆ ਵਿੱਚ ਮੇਰੇ ਨਾਲੋਂ ਬਦਨਸੀਬ ਹੋਰ ਕੌਣ ਹੋਵੇਗਾ, ਜਿਹਦਾ ਪਤੀ ਉਹਨੂੰ ਆਪਣੇ ਨੇੜੇ ਆਉਣ ਦੀ ਇਜਾਜ਼ਤ ਤੱਕ ਨਹੀਂ ਦਿੰਦਾ। ਮੈਂ ਇੱਕ ਚੁੜੇਲ ਹਾਂ ਤਾਂ ਇਹਦੇ ਵਿੱਚ ਮੇਰਾ ਕੀ ਕਸੂਰ ਹੈ? ਮਨ ਹੀ ਮਨ ਇਹ ਸੋਚਦੇ ਹੋਏ ਸੀਮਾ ਆਪਣੀਆਂ ਅੱਖਾਂ ਵਿੱਚੋਂ ਹੰਝੂ ਪੁੱਛ ਲੈਂਦੀ ਹੈ ਤੇ ਫਿਰ ਖੁਦ ਨੂੰ ਸੰਭਾਲਦੇ ਹੋਏ ਕੰਮ ਵਿੱਚ ਲੱਗ ਜਾਂਦੀ ਹੈ। ਫਿਰ ਕੁਝ ਦਿਨਾਂ ਬਾਅਦ ਉਹਦੀ ਸਾਸ ਸੁਸ਼ੀਲਾ ਦੀ ਤਬੀਅਤ ਅਚਾਨਕ ਖਰਾਬ ਹੋ ਜਾਂਦੀ ਹੈ ਤੇ ਇਸੇ ਕਰਕੇ ਉਹਨੂੰ ਹਸਪਤਾਲ ਲੈ ਕੇ ਜਾਣਾ ਪੈਂਦਾ ਹੈ। ਹਸਪਤਾਲ ਵਿੱਚ ਡਾਕਟਰ ਸੁਸ਼ੀਲਾ ਦੇ ਇਲਾਜ ਦੇ ਲਈ ਫੌਰਨ ਪੈਸੇ ਜਮ੍ਹਾਂ ਕਰਾਉਣ ਦੇ ਲਈ ਗੱਲ ਕਰਦਾ ਹੈ ਤੇ ਸੀਮਾ ਨੂੰ ਉਹਦੇ ਉੱਤੇ ਗੁੱਸਾ ਆ ਜਾਂਦਾ ਹੈ। ਤਾਂ ਫਿਰ ਤੂੰ ਡਾਕਟਰ ਹੈ ਜਾਂ ਜੱਲਾਦ? ਵੇਖਦਾ ਨਹੀਂ ਮੇਰੀ ਸੱਸ ਮਰਦੀ ਪਈ ਹੈ ਤੇ ਤੂੰ ਉਹਦਾ ਇਲਾਜ ਸ਼ੁਰੂ ਕਰਨ ਦੀ ਬਜਾਏ ਪਹਿਲੇ ਪੈਸੇ ਜਮ੍ਹਾਂ ਕਰਨ ਉੱਤੇ ਤੁਲਿਆ ਪਿਆ ਹੈ। ਤੈਨੂੰ ਤੇ ਮੈਂ ਅੱਜ ਮੌਤ ਦੇ ਘਾਟ ਉਤਾਰ ਕੇ ਹੀ ਦਮ ਲਵਾਂਗੀ। ਉਸੇ ਵੇਲੇ ਸੁਸ਼ੀਲਾ ਦੇ ਦੋਵੇਂ ਬੇਟੇ ਵੱਡੀ ਭਊ ਆਸ਼ਾ ਸਾਰੇ ਹਸਪਤਾਲ ਆ ਜਾਂਦੇ ਹਨ ਤੇ ਸੀਮਾ ਨੂੰ ਚੁੜੇਲ ਦੇ ਰੂਪ ਵਿੱਚ ਵੇਖ ਕੇ ਘਬਰਾ ਜਾਂਦੇ ਹਨ। ਸੀਮਾ, ਇਹ ਕੀ ਹੈ? ਤੈਨੂੰ ਆਪਣਾ ਅਸਲੀ ਰੂਪ ਵਿਖਾਉਣ ਦੀ ਕੀ ਲੋੜ ਸੀ? ਹੁਣ ਜਲਦੀ ਇਸ ਰੂਪ ਵਿੱਚੋਂ ਬਾਹਰ ਆ ਤੇ ਇੱਥੋਂ ਜਲਦੀ ਦਫਾ ਹੋ ਜਾ। ਅਮਨ ਦੇ ਕਹਿੰਦੇ ਹੀ ਸੀਮਾ ਆਪਣੇ ਚੁੜੇਲ ਰੂਪ ਵਿੱਚੋਂ ਬਾਹਰ ਆ ਜਾਂਦੀ ਹੈ ਤੇ ਫਿਰ ਸਾਰੇ ਉਹਦੇ ਖਿਲਾਫ ਬੋਲਣ ਲੱਗ ਜਾਂਦੇ ਹਨ ਤੇ ਅਮਨ, ਹੁਣ ਤੇ ਤੈਨੂੰ ਮੇਰੇ ਘਰ ਤੋਂ ਜਾਣਾ ਹੀ ਪਊਗਾ ਚੁੜੈਲ। ਹੁਣ ਮੈਂ ਤੈਨੂੰ ਹੋਰ ਜ਼ਿਆਦਾ ਬਰਦਾਸ਼ਤ ਨਹੀਂ ਕਰ ਸਕਦਾ। ਜਾ, ਦੂਰ ਹੋ ਜਾ ਮੇਰੀਆਂ ਨਜ਼ਰਾਂ ਤੋਂ ਚੁੜੈਲ। ਨੂੰ ਕਿਤੇ ਨਹੀਂ ਜਾਏਗੀ। ਇਹ ਤੇ ਚੁੜੈਲ ਹੋ ਕੇ ਵੀ ਤੁਹਾਡੇ ਸਾਰਿਆਂ ਨਾਲੋਂ ਬਿਹਤਰ ਹੈ। ਇਹਦੇ ਵਿੱਚ ਇਨਸਾਨੀਅਤ ਹੈ, ਪਰ ਤੁਸੀਂ ਸਾਰੇ ਇਨਸਾਨ ਹੋ, ਪਰ ਫੇਰ ਵੀ ਤੁਹਾਡੇ ਅੰਦਰ ਇਨਸਾਨੀਅਤ ਹੈ ਹੀ ਨਹੀਂ। ਸੁਸ਼ੀਲਾ ਦੀ ਇਹ ਗੱਲ ਸੁਣ ਕੇ ਸਾਰਿਆਂ ਦੇ ਸਿਰ ਸ਼ਰਮ ਨਾਲ ਹੇਠਾਂ ਝੁਕ ਜਾਂਦੇ ਹਨ ਤੇ ਸੀਮਾ ਉੱਥੋਂ ਰੋਂਦੀ ਹੋਈ ਬਾਹਰ ਚਲੀ ਜਾਂਦੀ ਹੈ। ਉਸੇ ਵੇਲੇ ਉੱਥੇ ਇੱਕ ਸਾਧੂ ਬਾਬਾ ਆ ਜਾਂਦੇ ਹਨ। ਰੁਕ ਜਾ ਬੇਟੀ, ਤੂੰ ਕਿੱਥੇ ਵੀ ਨਹੀਂ ਜਾਏਂਗੀ। ਤੇਰੇ ਵਰਗੇ ਦਿਲ ਤੇ ਦਇਆਲੂਤਾ ਵਾਲੀ ਕੁੜੀ ਕਦੀ ਚੁੜੈਲ ਹੋ ਹੀ ਨਹੀਂ ਸਕਦੀ। ਮੈਂ ਹੁਣੇ ਤੈਨੂੰ ਚੁੜੈਲ ਦੀ ਜੂੰ ਤੋਂ ਮੁਕਤੀ ਦਿਲਾ ਦੇਣਾ ਕੁੜੀ। ਇਹ ਕਹਿ ਕੇ ਸਾਧੂ ਆਪਣੀ ਮੰਤਰ ਸ਼ਕਤੀ ਨਾਲ ਉਸ ਨੂੰ ਹਮੇਸ਼ਾ ਦੇ ਲਈ ਚੁੜੇਲ ਦੇ ਰੂਪ ਤੋਂ ਆਜ਼ਾਦ ਕਰ ਦਿੰਦਾ ਹੈ ਤੇ ਉਹ ਆਪਣੇ ਪਤੀ ਤੇ ਪਰਿਵਾਰ ਦੇ ਨਾਲ ਖੁਸ਼ੀ-ਖੁਸ਼ੀ ਰਹਿਣ ਲੱਗਦੀ ਹੈ।